Hello students, welcome back to my channel. This is Amrit and you're watching my channel Amritsra IELTS. Today we are going to discuss the IELTS writing task 1. So this video is basically for the beginners which help them to make the task 1 very easily, okay? It's a completely new pattern of 2023. So let's start. So have a look on these pie charts. There are two pie charts of two countries. First is Japan and second is Malaysia. Okay, what this chart describes, let's see. Okay, this pie chart below describe the average household expenditure by the major categories in Japan and Malaysia in 2010. ਓਕੇ ਇਹ ਪਾਈ ਚਾਰਟ ਦੇ ਵਿੱਚ ਬੇਸਿਕਲੀ ਕੀ ਡਿਸਕਰਾਈਬ ਕੀਤਾ ਹੋਇਆ ਕਿ ਹਾਊਸ ਹੋਲਡ ਐਕਸਪੈਂਡੀਚਰ ਜਿਹੜਾ ਹੋਇਆ ਹੈ ਦੋ ਮੇਜਰ ਕੰਟਰੀਜ਼ ਦੇ ਵਿੱਚ ਜਾਪਾਨ ਐਂਡ ਮਲੇਸ਼ੀਆ ਦੇ ਵਿੱਚ ਅਤੇ 2010 ਈਅਰ ਦਿੱਤਾ ਹੋਇਆ ਆਪਾਂ ਨੂੰ, ਠੀਕ ਆ। ਸੋ ਹੈਵ ਅ ਲੁੱਕ ਔਨ ਦੀਜ਼ ਪਾਈ ਚਾਰਟਸ ਕਿ ਇਹਦੇ ਵਿੱਚ ਕੀ ਆ, ਹਾਊਸਿੰਗ, ਟਰਾਂਸਪੋਰਟ, ਫੂਡ, ਹੈਲਥ ਕੇਅਰ ਐਂਡ ਅਦਰ ਗੁੱਡਸ, ਇਹ ਆਪਾਂ ਨੂੰ ਕੈਟੇਗਰੀਜ਼ ਦਿੱਤੀਆਂ ਹੋਈਆਂ ਹੈ ਐਂਡ ਇਹਨਾਂ ਦੀ ਪਰਸੈਂਟੇਜ ਦਿੱਤੀ ਹੋਈ ਹੈ ਕਿ ਕਿੰਨਾ ਕਿੰਨਾ ਐਕਸਪੈਂਡੀਚਰ ਦਾ ਮਤਲਬ ਹੁੰਦਾ ਹੈ ਕਿ ਖਰਚਾ, ਕਿ ਕਿੰਨਾ ਐਕਸਪੈਂਡੀਚਰ ਆ ਜਿਹੜਾ ਉਹਨਾਂ ਨੇ ਸਪੈਂਡ ਕੀਤਾ ਹੈ, ਇੰਨੇ ਪਰਸੈਂਟ ਅਦਰ ਗੁੱਡਸ 'ਤੇ ਕੀਤਾ, ਇੰਨੇ ਪਰਸੈਂਟ ਹੈਲਥ ਕੇਅਰ 'ਤੇ, ਸਾਰਿਆਂ ਦੀ ਆਪਾਂ ਨੂੰ ਪਰਸੈਂਟੇਜ ਦਿੱਤੀ ਹੋਈ ਆ। ਓਕੇ, ਸੋ ਲੈਟਸ ਸਟਾਰਟ। ਐਕਸਪਲੇਨ ਕਰਨ ਤੋਂ ਪਹਿਲਾਂ ਪਲੀਜ਼ ਡੂ ਸਬਸਕ੍ਰਾਈਬ ਮਾਈ ਚੈਨਲ ਐਂਡ ਲਾਈਕ ਐਂਡ ਸ਼ੇਅਰ। ਓਕੇ, अगर किसी को भी कोई प्रॉब्लम हो रही है तो दैन प्लीज़ राइट मी इन दी कमेंट बॉक्स। ओके, लेट्स स्टार्ट। फस्ट वील डू दी इंट्रोडक्शन। दी इंट्रोडक्शन ਦੇ ਵਿੱਚ ਕੀ ਆਪਾਂ ਚਾਰ ਐਲੀਮੈਂਟਸ ਆ ਜਿਨ੍ਹਾਂ ਦਾ ਧਿਆਨ ਰੱਖਣਾ ਹੁੰਦਾ ਹੈ। ਦੀ ਫਸਟ 4 ਐਲੀਮੈਂਟਸ ਦੈਟ ਆਰ ਵੈਰੀ ਇੰਪੋਰਟੈਂਟ। ਓਕੇ, ਇਹ 4 ਜਿਹੜੇ ਆਪਣੇ ਕੋਲ ਐਲੀਮੈਂਟਸ ਆ, ਟਾਈਪਸ, what, when and where, ਇਹਨਾਂ ਨੂੰ ਆਪਾਂ we have to all explain them। ਓਕੇ, ਇਹਨਾਂ ਚਾਰੋਂ ਪੁਆਇੰਟਸ ਨੂੰ ਆਪਾਂ ਐਕਸਪਲੇਨ ਕਰਨਾ ਹੀ ਹੈ ਇੰਟਰੋਡਕਸ਼ਨ ਦੇ ਵਿੱਚ। ਫਸਟ ਟਾਈਪ ਮੇ ਬੀ ਆਫ ਪਾਈ ਚਾਰਟ। ਟਾਈਪ ਜਿਹੜੀ ਕਿਹੜੀ ਹੋ ਸਕਦੀ ਹੈ, ਟਾਈਪ ਆਪਣੇ ਕੋਲ ਪਾਈ ਚਾਰਟ ਵੀ ਹੋ ਸਕਦੀ ਆ ਐਂਡ ਲਾਈਨ ਗ੍ਰਾਫ ਵੀ ਹੋ ਸਕਦੀ ਹੈ, ਟੇਬਲ ਚਾਰਟ ਵੀ ਹੋ ਸਕਦਾ ਐਂਡ ਬਾਰ ਗ੍ਰਾਫ ਵੀ ਹੋ ਸਕਦਾ। ਫਸਟ ਵੀ ਵਿਲ ਡਿਸਕ੍ਰਾਈਬ ਦਿਸ ਇਜ਼ ਪਾਈ ਚਾਰਟ ਔਰ ਦਿਸ ਗਿਵਨ ਪਾਈ ਚਾਰਟ ਸ਼ੋਜ਼ ਦੈਟ ਦਿਸ ਗਿਵਨ ਲਾਈਨ ਗ੍ਰਾਫ and this given table chart or this given bar graph। ਸੋ ਇਹਦੇ ਨਾਲ ਕੀ ਆਪਾਂ ਸਾਰਿਆਂ ਨਾਲੋਂ ਪਹਿਲਾਂ ਆਪਾਂ ਜਦੋਂ ਆਪਾਂ ਇੰਟਰੋਡਕਸ਼ਨ ਆਪਦੀ ਦੇਣੀ ਆ ਉਹਦੇ ਵਿੱਚ we have to write the type। okay, and then we have to do the next thing is we have to explain the what ਪੈਟਰਨ। ਆਪਾਂ ਕੀ ਐਕਸਪਲੇਨ ਕਰਾਂਗੇ what ਆਪਾਂ ਨੂੰ ਕੀ ਦਿੱਤਾ ਹੋਇਆ ਉਹਦੇ ਵਿੱਚ, what ਆਪਾਂ ਨੂੰ ਦਿੱਤਾ ਹੋਇਆ ਕਿ ਐਵਰੇਜ ਹਾਊਸ ਹੋਲਡ ਐਕਸਪੈਂਡੀਚਰ, ਕਿ ਕਿੰਨੇ ਐਵਰੇਜ ਹਾਊਸ ਹੋਲਡ ਆ ਜਿਹੜੇ ਐਕਸਪੈਂਡੀਚਰ ਹੋ ਰਹੇ ਆ। ਐਂਡ ਨੈਕਸਟ ਵੀ ਹੈਵ ਟੂ ਐਕਸਪਲੇਨ ਵੈਨ, ਕਿ ਇਹ ਕਦੋਂ ਹੋ ਰਹੇ ਆ, ਕਿਹੜੇ ਟਾਈਮ ਦੇ ਵਿੱਚ ਹੋ ਰਹੇ ਆ, ਮਤਲਬ ਆਪਾਂ ਨੂੰ ਉਹਨਾਂ ਨੇ ਕੋਈ ਪਰਟੀਕੂਲਰ ਈਅਰ ਦਿੱਤਾ ਹੋਊਗਾ ਤਾਂ ਇੱਥੇ ਆਪਾਂ ਨੂੰ ਦਿੱਤਾ ਹੋਇਆ 2010 ਦੇ ਵਿੱਚ ਹੋ ਰਹੇ ਆ ਜਾਪਾਨ ਐਂਡ ਮਲੇਸ਼ੀਆ ਦੇ ਵਿੱਚ। ਹੁਣ ਵੈਨ ਵੀ ਕਲੀਅਰ ਹੋ ਗਿਆ ਆਪਣਾ, ਵਟ ਵੀ ਕਲੀਅਰ ਹੋ ਗਿਆ, ਦੈਨ ਵੇਅਰ ਕਿੱਥੇ ਹੋ ਰਹੇ ਆ, ਮਲੇਸ਼ੀਆ ਐਂਡ ਜਾਪਾਨ ਦੇ ਵਿੱਚ। ਓਕੇ, ਸੋ ਇਹ ਸਾਰੀਆਂ ਚੀਜ਼ਾਂ ਆਪਣੀਆਂ ਕਲੀਅਰ ਹੋ ਗਈਆਂ। ਟਾਈਪ ਵੀ ਆਪਾਂ ਨੂੰ ਪਤਾ ਲੱਗ ਗਈ, ਟਾਈਪ ਆਪਣੀ ਕੀ ਆ, ਪਾਈ ਚਾਰਟ ਆ। ਓਕੇ, ਵਟ ਕੀ ਆ, ਵਟ ਦੇ ਵਿੱਚ ਕੀ ਆ, ਐਵਰੇਜ ਹਾਊਸ ਹੋਲਡ ਐਕਸਪੈਂਡੀਚਰ ਆ। ਵੈਨ 2000 ਈਅਰ ਵੀ ਦਿੱਤਾ ਹੋਇਆ। ਵੇਅਰ ਵੀ ਆਪਾਂ ਨੂੰ ਪਤਾ ਲੱਗ ਗਿਆ, ਜਾਪਾਨ ਐਂਡ ਮਲੇਸ਼ੀਆ। ਸੋ ਨਾਓ ਲੈਟਸ ਸਟਾਰਟ ਦੀ ਇੰਟਰੋਡਕਸ਼ਨ। ਕਿੱਦਾਂ ਆਪਾਂ ਇੰਟਰੋਡਕਸ਼ਨ ਨੂੰ ਟਾਈਪ ਕਰਾਂਗੇ ਉਹ ਆਪਾਂ ਦੇਖਦੇ ਹਾਂ। Okay, the given pie chart illustrates the percentage of expenditure made by an household on different categories, namely housing, transportation, food, healthcare, and other goods and services in an isolated year in Japan and Malaysia। ਓਕੇ, ਫਸਟ ਆਪਾਂ ਕੀ ਲਿਖਿਆ, ਦੀ ਗਿਵਨ ਪਾਈ ਚਾਰਟ। ਦੀ ਗਿਵਨ ਪਾਈ ਚਾਰਟ ਇਹ ਆਪਾਂ ਕੀ ਲਿਖਤੀ, ਆਪਣੀ ਟਾਈਪ, ਜਿਹੜਾ ਆਪਣਾ ਫਸਟ ਐਲੀਮੈਂਟ ਕੀ ਸੀਗਾ, ਟਾਈਪ, ਤਾਂ ਟਾਈਪ ਇੱਥੇ ਆਪਾਂ ਦੱਸਤੀ ਦੀ ਗਿਵਨ ਪਾਈ ਚਾਰਟ। ਦੈਨ ਆਪਾਂ ਕੀ ਐਕਸਪਲੇਨ ਕਰਨਾ ਸੀ, ਵਾਟ, ਕਿ ਕਿਸ ਚੀਜ਼ ਦੇ ਬਾਰੇ ਵਿੱਚ ਉਹਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੋਈ ਹੈ, ਕਿ ਕਿਸ ਚੀਜ਼ ਦੇ ਵਿੱਚ ਦਿੱਤੀ ਹੋਈ ਆ, ਪਰਸੈਂਟੇਜ ਆਫ ਐਕਸਪੈਂਡੀਚਰ। ਵਾਟ ਐਲੀਮੈਂਟ ਆਪਾਂ ਕੀ ਐਕਸਪਲੇਨ ਕਰਤਾ, ਸੋਰੀ, ਪਰਸੈਂਟੇਜ ਆਫ ਐਕਸਪੈਂਡੀਚਰ। ਓਕੇ,
परसेंटेज ऑफ एक्सपेंडिचर ये किन्ने मेड किया हाउस होल्ड्स दे विच कुछ डिफरेंट कैटेगरीज दे विच हैगा है ये कैटेगरीज नू ये अपने उपर डिपेंड है कि आप लिखनिया या नहीं लिखनिया अगर आप लिखनिया तो नेमली पा के आप सारिया कैटेगरीज के नाम लिख सकते हैं अगर आप नहीं भी लिखनिया तो डोंट वरी आप की लिखांगे मेड बाय एन हाउस होल्ड ऑन डिफरेंट कैटेगरीज इन एन आइसोलेटेड ईयर इन एन आइसोलेटेड ईयर मीनस कि जोड़ा भी अपन ईयर दिता होया आप ईयर भी मैंशन कर सकते हैं इन 2010 भी लिख सकते हैं या फिर इन एन आइसोलेटेड ईयर्स भी लिख सकते हैं ठीक है इट्स टोटली आवर विश ओके उस तो बाद विच लास्ट की रह गया वेयर वेयर कितने होया इन जापान एंड मलेशिया ओके सो ये की हो गया कि अपने सारे एलीमेंट्स आ जोड़े चारों के चारे एलीमेंट्स इंट्रोडक्शन के आप कवर करते फस्ट की करता आप फस्ट आप टाइप दसती उस तो बाद की दसता आप वॉट एलीमेंट एक्सप्लेन करता परसेंटेज ऑफ एक्सपेंडिचर के नाल उस तो बाद की करता आप वैन आप ईयर दसता इन एन आइसोलेटेड ईयर एंड लास्ट वन इज़ वेयर कित्थे हो रहा सी किहड़ियां कंट्रीज़ दे विच हो रहा सी जापान एंड मलेशिया ओके सो ये आदि नाल की अपनी इंट्रोडक्शन है जी कंप्लीट हो गई आ ओके नैक्सट come on the BP1 BP1 ਦੇ ਵਿੱਚ basically we have to concentrate on the only two parts the highest value and the lowest value ਇਹਦੇ ਵਿੱਚ ਸਿਰਫ ਆਪਾਂ ਦੋ ਹੀ ਚੀਜ਼ਾਂ ਦਾ ਧਿਆਨ ਰੱਖਣਾ ਹਾਈਐਸਟ ਵੈਲਿਊ ਆਪਾਂ ਨੂੰ ਕਿੰਨੀ ਦਿੱਤੀ ਹੋਈ ਆ ਐਂਡ ਲੋਐਸਟ ਵੈਲਿਊ ਆ ਜਿਹੜੀ ਉਹ ਆਪਾਂ ਨੂੰ ਕਿੰਨੀ ਦਿੱਤੀ ਹੋਈ ਆ ਓਕੇ ਸੋ ਹਾਈਐਸਟ ਵੈਲਿਊ ਕੀ ਦਿੱਤੀ ਹੋਈ ਹੈ 29% ਔਨ ਦੀ ਅਦਰ ਗੁੱਡਸ ਐਂਡ ਸਰਵਿਸਿਜ਼ ਇਨ ਜਾਪਾਨ ओके जापान दे विच 29% है जोड़ा गुड्स एंड सर्विसिज दे विच दिता होया है आपां नूं दैन उस तो बाद विच आपां मलेशिया दी दस देनी आ उदां ही लोएस्ट वैल्यू की दित्ती हुई है 6% है जोड़ा हैल्थ केयर इन जापान कि हाई जापान के जोड़े सिटीजनस आ वो जां जापान के जोड़े पीपल आ वो 29% अदर गुड्स एंड सर्विसिज के उत्ते आपदा एक्सपेंडिचर खर्च कर रहे हैं एंड सब तो घट किते कर रहे हैं हैल्थ केयर के उत्ते ओके लैट्स सी ऑन दी पाई चार्ट ओके जापान के लोग देखो जापान के लोग आ जोड़े सब तो ज़्यादा है वो किहदे ते कर रहे हैं 29% सब तो ज़्यादा है वो जड़ा ट्रांसपोर्टेशन नो सॉरी अदर गुड्स एंड सर्विसिज ते कर रहे हैं देखो अदर गुड्स एंड सर्विसिज के उत्ते कर रहे हैं सब तो घट 6% जोड़ा किहदे ते कर रहे हैं हैल्थ एंड हैल्थ केयर के उत्ते ठीक है ये आप दोनों को एक्सप्लेन करता यदी हाईएस्ट वैल्यू की आ 29% जापान की 29 हाईएस्ट आ उस तो बाद सब तो लोएस्ट किहड़ी आ 6% दोनों को आप पिक कर लिया हाईएस्ट वैल्यू एंड सॉरी लोएस्ट वैल्यू इन्हों दोनों को आप एक्सप्लेन कर देना जिद्दां हुण आप जापान का एक्सप्लेन किया उस तो बाद आप नाल ही आ जिहड़ा मलेशिया का एक्सप्लेन कर देना मलेशिया का भी की एक्सप्लेन करांगे इहदी सब तो हाईएस्ट वैल्यू देख लैनी आप काहदे चा एंड सब तो लोएस्ट वैल्यू किहदी काहदे चा उदां ही आप दस देना कि इन मलेशिया दी 34% जिहड़ी उन्हां दी हाईएस्ट वैल्यू आ जिहड़ी उन्होंने हाउसिंग के उत्ते एक्सपेंडिचर किया होया एंड 3% उही हैल्थ केयर के उत्ते कीते हुए सब तो लोएस्ट वैल्यू की आ 3% जिहड़ी उन्होंने काहदे ते कीती हुई है हैल्थ एंड केयर के उत्ते ओके सो ये नाल की हो गया ये अपनी हाईएस्ट ते लोएस्ट वैल्यू जिहड़ी निकल आई है पहला आप जापान की दस देनी है फिर मलेशिया की दस देनी है सो लैट्स हैव अ लुक कि किवें अपना BP1 जिहड़ा ओह बनूगा ओके किवें स्टार्ट करांगे आपां नूं एज अ फ्लीटिंग ग्लैंस ओवर दी गिवन डिटेल्स कि आपां ये अपनी एक लाइन होगी स्टार्टिंग लाइन होगी इन्हां सारियां चीज़ां नूं आपां ध्यान रखना कि ताकि अपनी बैंड आ जिहड़े ओह इन्हां सारियां चीज़ां दे नाल ही इनक्रीज़ होने आ ओके इंट्रोडक्टरी लाइन होगी अपनी एज अ फ्लीटिंग ग्लांस ओवर दी गिवन डिटेल्स Malaysians spend maximum proportion of money on housing noted as 34% okay Malaysians आ जिहड़े ओके मलेशियंस जिहड़े उन्होंने ज़्यादातर स्पेंड किया मैक्सीमम प्रपोर्शन है जिहड़ा मनी का वो स्पेंड करता हाउसिंग के उत्ते ओके जिहड़ा नोटिड किया गया है 34% ये जिहड़ा 34% नोटिड एज 34% जदों आप दसना है कि आप मैक्सीमम प्रपोर्शन इन्ना मनी का किसी चीज़ के उत्ते खर्च करता तो वो नाल आपां जो परसेंटेज दसनी है तो वो आप की लिखना नोटिड एज रिकॉर्डिड एज या फिर मार्कड एज ट्रेसड एज ऑबजर्वड एज अकाउंटेड एज इन्हां सारियां चीज़ों के विचों आपां कोई भी लिख सकते हैं ठीक आ उस तो बाद
ये ਆਪਾਂ ਮਲੇਸ਼ੀਆ ਦੀ ਮਨੀ ਆ ਜਿਹੜੀ ਹਾਊਸਿੰਗ 'ਤੇ ਸਪੈਂਡ ਕੀਤੀ ਉਹਨੂੰ ਐਕਸਪਲੇਨ ਕਰਤਾ। ਇਹ ਕੀ ਹੋ ਗਈ ਆਪਣੀ ਮੈਕਸਿਮਮ ਮਨੀ। ਉਸ ਤੋਂ ਬਾਅਦ ਵਿੱਚ ਜਦੋਂ ਆਪਾਂ ਕੰਪੈਰੀਜ਼ਨ ਕਰਨਾ ਦੂਸਰੀ ਕੰਟਰੀ ਦਾ ਤਾਂ ਆਪਾਂ ਨਾਲ ਕੀ ਲਾਵਾਂਗੇ ਇੱਕ ਵਾਈਲ ਆਪਾਂ ਹਮੇਸ਼ਾ ਕੰਪੈਰੀਜ਼ਨ ਕਰਨ ਲੱਗੇ ਲਗਾਉਣੇ ਆ। ਆਪਾਂ ਵਾਈਲ ਦੀ ਜਗ੍ਹਾ 'ਤੇ ਵਾਈਲੈਸਟ ਵੀ ਲਗਾ ਸਕਦੇ ਹਾਂ, ਵੇਅਰ ਐਜ਼ ਵੀ ਲਗਾ ਸਕਦੇ ਹਾਂ, ਠੀਕ ਆ। ਸੋ ਆਪਾਂ ਦੱਸ ਰਹੇ ਹਾਂ ਵਾਈਲ ਦੀ ਹਾਈਐਸਟ ਪਰਸੈਂਟੇਜ ਆਫ ਬਜਟ is allocated by the Japanese on the other goods and services। ਉਹ ਕਹਿੰਦੇ ਜਦ ਕਿ ਵਾਈਲ ਮੀਨਸ ਜਦ ਕਿ ਜਿਹੜਾ ਹਾਈਐਸਟ ਪਰਸੈਂਟੇਜ ਜਿਹੜੇ ਜੈਪਨੀਜ਼ ਲੋਕਾਂ ਨੇ ਕਾਹਦੇ 'ਤੇ ਖਰਚ ਕੀਤਾ ਹੈ, ਗੁੱਡਸ ਐਂਡ ਸਰਵਿਸਿਜ਼ 'ਤੇ। ਹੁਣ ਆਪਾਂ ਜਿੱਦਾਂ ਇੱਥੇ ਆਪਾਂ ਨੋਟਡ ਐਜ਼ ਲੱਗਿਆ ਸੀ, ਇੱਥੇ ਆਪਾਂ ਕੀ ਲਗਾਤਾ ਵਿਟਨੈਸਡ ਐਜ਼ 29%। ਓਕੇ, ਸੋ ਇਹਦੇ ਵਿੱਚ ਕੀ ਆਪਾਂ ਮੈਕਸੀਮਮ ਦੋਨਾਂ ਦੀਆਂ ਜਿਹੜੀਆਂ ਵੈਲਿਊਜ਼ ਆ ਉਹ ਆਪਾਂ ਐਕਸਪਲੇਨ ਕਰਤੀਆਂ। ਬਸ ਕੁਛ ਕੁ ਵਰਡਸ ਆ ਜਿਨ੍ਹਾਂ ਨੂੰ ਆਪਾਂ ਅਲੱਗ-ਅਲੱਗ ਕਰਤਾ। ਲਾਈਕ ਇੱਥੇ ਕੀ ਸੀਗਾ, ਆਪਾਂ ਕੁਛ ਕੁ ਆਪਦੇ ਕੋਲੋਂ ਵਰਡਸ ਯੂਜ਼ ਕਰ ਲੈਣੇ, ਜਿਵੇਂ ਲਾਈਕ ਪਰਸੈਂਟੇਜ ਇੱਥੇ ਆਪਾਂ ਲਿਖਤਾ, ਉੱਪਰ ਪ੍ਰਪੋਰਸ਼ਨ ਲਿਖਤਾ। ਇੱਥੇ ਆਪਾਂ ਪਰਸੈਂਟੇਜ ਲਿਖਤਾ, ਉੱਪਰ ਕੀ ਆਪਾਂ ਪ੍ਰਪੋਰਸ਼ਨ ਲਿਖਤਾ। ਓਕੇ, ਸੋ ਇਹ ਆਪਾਂ ਅਲੱਗ-ਅਲੱਗ ਚੇਂਜ ਕਰਕੇ ਲਿਖਣੇ ਆ। ਮੈਕਸੀਮਮ ਪਰਸੈਂਟੇਜ ਲਿਖ ਸਕਦੇ ਹਾਂ, ਪਰਸੈਂਟਾਈਲ ਲਿਖ ਸਕਦੇ ਹਾਂ, ਪ੍ਰਪੋਰਸ਼ਨ ਲਿਖ ਸਕਦੇ ਹਾਂ, ਕੋਸ਼ੈਂਟ ਲਿਖ ਸਕਦੇ ਹਾਂ। ਓਕੇ, ਇਨ ਸਟਾਰਕ ਕੰਟਰਾਸਟ ਦੇ ਨਾਲ, ਸਟਾਰਕ ਮੀਨਸ ਬਹੁਤ ਵੱਡੇ ਫ਼ਰਕ ਦੇ ਨਾਲ ਕੀ ਹੋ ਰਿਹਾ ਹੈ। ਸਟਾਰਕ ਕੰਟਰਾਸਟ, ਸਿਟੀਜ਼ਨਸ ਆਫ ਮਲੇਸ਼ੀਆ ਐਂਡ ਜਾਪਾਨ ਯੂਟੀਲਾਈਜ਼ਡ ਦੀ ਮਿਨੀਮਮ ਪਰਸੈਂਟੇਜ ਆਫ ਫਾਈਨਾਂਸਿਸ ਔਨ ਹੈਲਥ ਕੇਅਰ। ਉਹ ਕਹਿੰਦੇ ਦੋਨਾਂ ਦੇ ਹੀ ਇਹ ਆ ਬਹੁਤ ਹੀ ਸਟਾਰਕ ਕੰਟਰਾਸਟ ਦੇ ਵਿੱਚ ਦੇਖਿਆ ਗਿਆ ਹੈ ਕਿ ਸਿਟੀਜ਼ਨ ਜਿਹੜੇ ਮਲੇਸ਼ੀਆ ਅਤੇ ਜਾਪਾਨ ਦੇ ਆ, ਯੂਟੀਲਾਈਜ਼ਡ ਮੀਨਸ ਯੂਟੀਲਾਈਜ਼ ਦਾ ਮਤਲਬ ਹੁੰਦਾ ਕਿ ਯੂਜ਼ਡ, ਉਹਨਾਂ ਨੇ ਸਭ ਤੋਂ ਘੱਟ ਪਰਸੈਂਟੇਜ ਆ ਜਿਹੜੀ ਉਹ ਫਾਈਨਾਂਸ ਦੀ ਮਤਲਬ ਮਨੀ ਦੀ ਕਾਹਦੇ ਉੱਤੇ ਜਿਹੜੀ ਹੈ ਸਪੈਂਡ ਕੀਤੀ ਹੈ, ਹੈਲਥ ਕੇਅਰ ਦੇ ਉੱਤੇ। ਨੋਟਿਸਡ ਐਜ਼ਡ 3% ਐਂਡ 6% ਰਿਸਪੈਕਟਿਵਲੀ ਦਾ ਮਤਲਬ ਹੁੰਦਾ ਹੈ ਕਿ ਜਿਹੜੀਆਂ ਆਪਾਂ ਉੱਪਰ ਵੈਲਿਊਜ਼ ਲਾਈਕ ਆਪਾਂ 2 ਕੰਟਰੀਜ਼ ਦੇਤੀਆਂ, ਮਲੇਸ਼ੀਆ ਐਂਡ ਜਾਪਾਨ, ਤਾਂ ਇਹਦੇ ਜਦੋਂ ਆਪਾਂ 3% ਅਤੇ 6% ਲਿਖਤਾ, ਇਟ ਮੀਨਸ ਰਿਸਪੈਕਟਿਵਲੀ ਨਾਲ ਲਿਖਤਾ, ਤਾਂ ਆਪਾਂ ਕੀ ਆ ਕਰੋਨੋਲੋਜੀਕਲ ਆਰਡਰ ਦੇ ਨਾਲ ਇਹ ਸ਼ੋਅ ਕਰ ਰਹੀਆਂ। ਮਤਲਬ 3% ਮਲੇਸ਼ੀਆ ਦੀ, 6% ਹੈ ਜਿਹੜੀ ਜਾਪਾਨ ਦੀ। ਓਕੇ, ਸੋ ਇਟਸ ਆਰ BP1। I hope you get all the things। ਅਗਰ ਤੁਹਾਨੂੰ ਕੋਈ ਵੀ ਨਹੀਂ ਸਮਝ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਓਕੇ, ਨਾਓ ਕਮ ਔਨ ਦੀ BP2 ਦੇ ਵਿੱਚ ਵੀ ਪਹਿਲਾਂ ਆਪਾਂ ਦੇਖ ਲਾਂਗੇ BP2 ਦੇ ਵਿੱਚ ਆਪਾਂ ਕੀ ਕਰਨਾ ਹੈ। BP2 ਦੇ ਵਿੱਚ ਆਪਾਂ ਕੰਪੈਰੀਜ਼ਨ ਕਰਨੇ ਹੁੰਦੇ ਆ। ਕੰਪੈਰੀਜ਼ਨ ਦੇ ਵਿੱਚ ਵੀ ਆਪਾਂ 3 ਚੀਜ਼ਾਂ ਕਰਨੀਆਂ ਹੁੰਦੀਆਂ। ਰਿਜ਼ੈਂਬਲੈਂਸ ਦਾ ਮਤਲਬ ਹੁੰਦਾ ਹੈ ਕਿ ਜਾਂ ਤਾਂ ਆਪਣੇ ਕੋਲ ਐਗਜ਼ੈਕਟਲੀ ਸੇਮ ਵੈਲਿਊ ਆ ਰਹੀ ਹੈ ਜਾਂ ਫਿਰ ਨੀਅਰਲੀ ਸੇਮ, ਮੀਨਸ ਥੋੜ੍ਹੇ ਬਹੁਤੇ ਫਰਕ ਦੇ ਨਾਲ ਆ ਰਹੀ ਆ। ਇਹਦੇ ਵਿੱਚ ਆਪਾਂ 3 ਚੀਜ਼ਾਂ ਬਣਾਉਣੀਆਂ। ਪਹਿਲੀ ਆਪਾਂ ਲਾਈਨ ਰਿਜ਼ੈਂਬਲੈਂਸ ਨਾਲ ਬਣਾਵਾਂਗੇ, ਸੈਕਿੰਡ ਆਪਾਂ ਮਲਟੀਪਲ ਵੇਰੀਐਂਸ ਦੇ ਨਾਲ ਬਣਾਵਾਂਗੇ। ਮਲਟੀਪਲ ਵੇਰੀਐਂਸ ਮੀਨਸ ਕਿ ਇੱਕ ਆਪਾਂ ਨੂੰ ਪਰਸੈਂਟੇਜ ਲਾਈਕ ਇੱਕ ਪਾਸੇ ਆਪਾਂ ਨੂੰ ਪਰਸੈਂਟੇਜ 10% ਦਿੱਤੀ ਹੋਈ ਹੈ, ਦੂਸਰੇ ਪਾਈ ਚਾਰਟ ਦੇ ਵਿੱਚ 20% ਦਿੱਤੀ ਹੋਈ ਆ, ਤਾਂ ਫਿਰ ਫਸਟ ਵਾਲੀ ਹੈ ਜਿਹੜੀ ਉਹ ਕੀ ਹੋ ਗਈ, ਉਹਦੇ ਨਾਲੋਂ ਦੂਸਰੇ ਜਿਹ 'ਚ 20 ਦਿੱਤੀ ਹੋਈ ਉਹ ਕੀ ਹੋ ਗਈ, ਫਸਟ ਵਾਲੇ ਨਾਲੋਂ ਆਪਾਂ ਨੂੰ 2 ਟਾਈਮਸ ਜ਼ਿਆਦਾ ਹੋ ਗਈ। ਤਾਂ ਮਲਟੀਪਲ ਵੇਰੀਐਂਸ ਮੀਨਸ ਕਿ ਆਪਾਂ ਉਹ ਵਾਲੀਆਂ ਵੈਲਿਊਜ਼ ਚੱਕਣੀਆਂ ਹੈ ਜਿਹੜੀਆਂ 2 ਟਾਈਮਸ ਜ਼ਿਆਦਾ ਹੋਣ, 3 ਟਾਈਮਸ ਜ਼ਿਆਦਾ ਹੋਣ, 4 ਟਾਈਮ, 5 ਟਾਈਮ ਐਟਸੈਕਟਰਾ, ਜਿੰਨੇ ਵੀ ਟਾਈਮ ਜ਼ਿਆਦਾ ਹੋਣ ਉਹਦੇ ਵਿੱਚ ਆਪਾਂ ਮਲਟੀਪਲ ਵੇਰੀਐਂਸ ਬਣਾ ਦੇਣਾ ਉਹਦਾ। ਥਰਡ ਆਪਾਂ ਐਕਸਪਲੇਨ ਕਰਾਂਗੇ ਡਿਫਰੈਂਸ, ਕਿ ਇੰਨੇ ਡਿਫਰੈਂਸ ਦੇ ਨਾਲ ਆਹ ਚੀਜ਼ ਆ ਜਿਹੜੀ ਇਸ ਚੀਜ਼ ਦੇ ਉੱਤੇ ਜ਼ਿਆਦਾ ਐਕਸਪੈਂਡੀਚਰ ਹੋ ਰਿਹਾ ਹੈ। ਜਿਵੇਂ ਲਾਈਕ 4% ਹੈਲਥ ਕੇਅਰ ਦੇ ਉੱਤੇ ਜ਼ਿਆਦਾ ਹੋ ਰਿਹਾ ਹੈ ਅਦਰ ਸਰਵਿਸਿਜ਼ ਦੇ ਨਾਲੋਂ, ਜਾਂ ਫਿਰ 5% ਜ਼ਿਆਦਾ ਹੋ ਰਿਹਾ ਹੈ ਕਿਸੇ ਹੋਰ ਸਰਵਿਸਿਜ਼ ਦੇ ਉੱਤੇ। ਠੀਕ ਆ, ਇਹ ਸਾਰੀਆਂ ਚੀਜ਼ਾਂ ਆਪਾਂ BP2 ਦੇ ਵਿੱਚ ਐਕਸਪਲੇਨ ਕਰਨੀਆਂ ਹੁੰਦੀਆਂ। ਇਹ ਤਿੰਨੋਂ ਚੀਜ਼ਾਂ ਆਪਾਂ BP2 ਦੇ ਵਿੱਚ ਐਕਸਪਲੇਨ ਕਰਨੀਆਂ। ਓਕੇ, ਸੋ ਇਹਦੀ ਸਟਾਰਟਿੰਗ ਲਾਈਨ ਆਪਾਂ ਕੀ ਲਿਖਾਂਗੇ, ਡੈਲਵਿੰਗ ਡੀਪਰ ਇਨਟੂ ਦੀ ਡਿਟੇਲਸ ਆਪਾਂ ਲਿਖ ਲਿਆ। ਇਹ ਆਪਣੀ BP2 ਨੂੰ ਸਟਾਰਟਿੰਗ ਕਰਨ ਦੀ ਇੱਕ ਲਾਈਨ ਹੈ। ਠੀਕ ਆ, ਤਾਂ ਕਿ ਅੱਛਾ ਇੰਪਰੈਸ਼ਨ ਪੜੇ। ਓਕੇ, ਦੀ ਰਿਜ਼ੈਂਬਲੈਂਸ ਆਫ ਨੀਅਰਲੀ 27% is noticed and the proportion of expenses incurred on the other goods and services and food in Malaysia in 2010। ਓਕੇ, ਫਸਟ ਆਪਾਂ ਕੀ ਬਣਾ ਲਈਏ ਇੱਥੇ ਰਿਜ਼ੈਂਬਲੈਂਸ। ਫਸਟ ਆਪਾਂ ਕੀ ਬਣਾਵਾਂਗੇ, ਰਿਜ਼ੈਂਬਲੈਂਸ। ਨੀਅਰਲੀ ਦੀ ਬਣਾਈਏ, ਇਟ ਮੀਨਸ ਐਗਜ਼ੈਕਟਲੀ ਸੇਮ ਵੈਲਿਊ ਨਹੀਂ ਗੀ ਆਪਣੇ ਕੋਲੇ, ਨੀਅਰਲੀ ਮਤਲਬ ਨਾਲ ਥੋੜ੍ਹੇ ਡਿਫਰੈਂਸ ਦੇ ਨਾਲ ਹੈਗੀ ਆ। ਉਹ ਕਹਿੰਦੇ ਇਹ ਰਿਜ਼ੈਂਬਲੈਂਸ ਦੇਖੀ ਗਈ ਆ 27%। ਐਕਸਪੈਂਸਿਸ ਜਿਹੜੇ ਉਹਨਾਂ ਨੇ ਕੀਤੇ ਸੀ ਕਾਹਦੇ ਵਿੱਚ ਦੇਖੀ ਗਈ ਹੈ, ਗੁੱਡਸ ਐਂਡ ਸਰਵਿਸਿਜ਼ ਅਤੇ ਫੂਡ ਦੇ ਵਿੱਚ, ਮਲੇਸ਼ੀਆ ਦੇ ਵਿੱਚ। ਸੋ ਮਲੇਸ਼ੀਆ ਦਾ ਆਪਾਂ ਚਾਰਟ ਦੇਖਦੇ ਹਾਂ। ਓਕੇ, ਮਲੇਸ਼ੀਆ ਦਾ ਚਾਰਟ ਆ ਦੇਖੋ, ਹੁਣ ਇਹ ਆਪਣੇ ਕੋਲ ਮਲੇਸ਼ੀਆ ਦਾ ਚਾਰਟ ਆ ਗਿਆ। ਮਲੇਸ਼ੀਆ ਦੇ ਚਾਰਟ ਦੇ ਵਿੱਚ ਆਪਾਂ ਕੀ ਦੇਖ ਰਹੇ ਹਾਂ, ਉਹਨਾਂ ਨੇ ਦਿਖਾਈ ਆਪਾਂ ਨੂੰ 27% ਰਿਜ਼ੈਂਬਲੈਂਸ। ਓਕੇ,
ਇਹ ਆਪਣੇ ਕੋਲ ਹੋ ਗਈ 27% ਰਿਜ਼ੈਂਬਲੈਂਸ। ਇਹ ਕਾਹਦੇ ਵਿੱਚ ਹੈਗੀ ਆ ਆਪਣੀ ਫੂਡ ਦੇ ਵਿੱਚ। ਉਹਨਾਂ ਨੇ ਕਿਹਾ ਕਿ ਫੂਡ ਦੇ ਵਿੱਚ ਐਂਡ ਅਦਰ ਗੁੱਡਸ ਐਂਡ ਸਰਵਿਸਿਜ਼ 26 ਦੇਖੋ 26 ਅਤੇ 27 ਨੀਅਰਲੀ ਰਿਜ਼ੈਂਬਲੈਂਸ ਆ ਨਾ, ਦੋਨੋਂ ਇੱਕੋ ਜਿਹੀ ਆ, ਬਸ 1% ਦਾ ਹੀ ਫਰਕ ਆ। ਇਟ ਅਗਰ ਦੋਨੇ ਹੀ 27 ਹੁੰਦੇ ਤਾਂ ਆਪਾਂ ਲਿਖਣਾ ਸੀ ਦੀ ਐਗਜ਼ੈਕਟ ਰਿਜ਼ੈਂਬਲੈਂਸ ਕੈਨ ਬੀ ਸੀਨ। ਸੋ ਇੱਥੇ ਆਪਣੇ ਕੋਲ ਕੀ ਆ, ਥੋੜ੍ਹੇ ਕੁ ਡਿਫਰੈਂਸ ਆ, ਸੋ ਆਪਾਂ ਕੀ ਲਿਖਾਂਗੇ ਨੀਅਰਲੀ ਰਿਜ਼ੈਂਬਲੈਂਸ। ਓਕੇ ਜਾਂ ਫਿਰ ਰਿਜ਼ੈਂਬਲੈਂਸ ਆਫ ਨੀਅਰਲੀ। ਤਾਂ ਜਿਹੜੀ ਵੈਲਿਊ ਵੱਡੀ ਹੋਊਗੀ ਉਹ ਆਪਾਂ ਲਿਖਾਂਗੇ, ਲਾਈਕ ਇੱਥੇ 27% ਆ ਤਾਂ ਆਪਾਂ ਕੀ ਲਿਖਾਂਗੇ a resemblance of nearly 27% was noticed as। ਠੀਕ ਹੈ, ਇਹ ਦੇਖੀ ਗਈ ਆ ਪ੍ਰਪੋਰਸ਼ਨ ਆਫ ਐਕਸਪੈਂਸਿਸ, ਕਿ ਕਿਹੜਾ ਪ੍ਰਪੋਰਸ਼ਨ ਆਫ ਐਕਸਪੈਂਸਿਸ ਇਨਕਰ ਹੋਇਆ ਔਨ ਦੀ ਗੁੱਡਸ ਐਂਡ ਸਰਵਿਸਿਜ਼, ਇੱਕ ਗੁੱਡਸ ਐਂਡ ਸਰਵਿਸਿਜ਼ ਦੇ ਵਿੱਚ ਐਂਡ ਫੂਡ ਦੇ ਵਿੱਚ। ਠੀਕ ਆ, ਐਂਡ ਉਸ ਤੋਂ ਬਾਅਦ ਵਿੱਚ ਆਪਾਂ ਐਕਸਪਲੇਨ ਕਰਨਾ ਕਿ ਕਿਹੜੀ ਕੰਟਰੀ 'ਚ ਹੋਇਆ, ਇਨ ਮਲੇਸ਼ੀਆ ਸੋਰੀ ਇਨ 2010। ਓਕੇ, ਇਹਦੇ ਨਾਲ ਕੀ ਹੋ ਗਿਆ, ਆਪਣੀ ਜਿਹੜੀ ਰਿਜ਼ੈਂਬਲੈਂਸ ਆ ਉਹ ਕਲੀਅਰ ਹੋ ਗਈ। ਠੀਕ ਆ, ਉਸ ਤੋਂ ਬਾਅਦ ਵਿੱਚ ਆਪਾਂ ਕੀ ਬਣਾਉਣਾ, ਮਲਟੀਪਲ ਵੇਰੀਐਂਸ। ਮਲਟੀਪਲ ਵੇਰੀਐਂਸ ਮੀਨਸ ਕਿ ਕਿੰਨੇ ਪਰਸੈਂਟ 2 ਟਾਈਮਸ 3 ਟਾਈਮਸ 4 ਟਾਈਮਸ ਆ ਜਿਹੜਾ ਜ਼ਿਆਦਾ ਹੈ। ਠੀਕ ਆ, ਉਸ ਲਾਈਨ ਓਕੇ ਦੇਖੋ ਇੱਥੇ ਕੀ ਲਿਖਿਆ ਹੋਇਆ, ਸਰਪ੍ਰਾਈਜ਼ਿੰਗਲੀ ਦੀ surprisingly the multiple variance is what noticing that the quotient of budget disbursed on transport in Japan was 2 times as compared to Malaysia, traced as 20%। ਕਿਉਂਕਿ ਜਿਹੜਾ ਜ਼ਿਆਦਾ ਪਰਸੈਂਟ ਹੋਊਗਾ, ਲਾਈਕ ਆਪਾਂ 2 ਟਾਈਮਸ ਦੱਸਿਆ ਤਾਂ ਜ਼ਿਆਦਾ ਹੋਊਗਾ ਤਾਂ ਉਹ ਆਪਾਂ ਇੱਥੇ ਲਿਖਣਾ ਟਰੇਸਡ ਐਜ਼ ਲਗਾ ਕੇ, ਜਾਂ ਫਿਰ ਨੋਟਿਡ ਐਜ਼ ਲਗਾ ਸਕਦੇ ਹਾਂ, ਇਹ ਕੁਛ ਵੀ ਲਿਖ ਸਕਦੇ ਹਾਂ, ਨੋਟਿਸਡ ਐਜ਼ ਲਗਾ ਸਕਦੇ ਹਾਂ। ਠੀਕ ਹੈ, ਜਾਂ ਟਰੇਸਡ ਐਜ਼, ਵਿਟਨੈਸਡ ਐਜ਼ ਵਗੈਰਾ। ਓਕੇ, ਸੋ ਸਰਪ੍ਰਾਈਜ਼ਿੰਗਲੀ ਜਦੋਂ ਆਪਾਂ ਲਗਾਇਆ ਕਿ ਆਪਾਂ ਦੇਖਿਆ ਕਿ ਬਹੁਤ ਹੀ ਹੈਰਾਨੀਜਨਕ ਇਹ ਹੈ ਕਿ ਕੁਝ ਕੁ ਪੋਰਸ਼ਨ ਆ ਜਿਹੜਾ ਬਜਟ ਦਾ ਉਹ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜਾ ਖਰਚ ਕੀਤਾ ਗਿਆ ਟਰਾਂਸਪੋਰਟੇਸ਼ਨ ਦੇ ਵਿੱਚ ਜਾਪਾਨ ਦੇ ਵਿੱਚ, ਉਹ 3 ਟਾਈਮ ਜ਼ਿਆਦਾ ਏ, 3 ਟਾਈਮਸ ਜ਼ਿਆਦਾ ਏ ਮਲੇਸ਼ੀਆ ਦੇ ਨਾਲੋਂ। ਠੀਕ ਆ, ਓਕੇ ਆਪਾਂ ਦੇਖਦੇ ਹਾਂ। ਓਕੇ ਦੇਖੋ ਮਲੇਸ਼ੀਆ ਦੇ ਵਿੱਚ, ਦੇਖੋ ਮਲੇਸ਼ੀਆ ਦੇ ਵਿੱਚ ਟਰਾਂਸਪੋਰਟੇਸ਼ਨ ਆ ਜਿਹੜੀ ਉਹ ਕਿੰਨੇ ਪਰਸੈਂਟ ਦਿੱਤੀ ਹੋਈ ਆ, 10%। ਐਂਡ ਜਾਪਾਨ ਦੇ ਵਿੱਚ ਜਿਹੜੀ ਟਰਾਂਸਪੋਰਟੇਸ਼ਨ ਉਹ ਕਿੰਨੇ ਪਰਸੈਂਟ ਆ, 20%। ਇਹ ਕਿੰਨੇ ਪਰਸੈਂਟ ਜ਼ਿਆਦਾ ਹੋ ਗਈ, ਉਹਦੇ ਨਾਲੋਂ 2 ਟਾਈਮਸ ਜ਼ਿਆਦਾ ਹੋ ਗਈ ਨਾ, 10 ਤੋਂ 20 2 ਟਾਈਮਸ ਜ਼ਿਆਦਾ ਹੋ ਗਈ। ਇਸ ਕਰਕੇ ਆਪਾਂ ਇਹਦੇ ਵਿੱਚ ਇਹ ਐਕਸਪਲੇਨ ਕਰਤਾ ਕਿ ਇਹ ਆਪਾਂ ਨੋਟਿਸ ਕੀਤਾ ਗਿਆ ਹੈ ਕਿ ਦੀ ਕੋਸ਼ੈਂਟ ਆ ਜਿਹੜਾ ਬਜਟ ਦਾ ਡਿਸਬਰਸਡ ਇਨ ਦੀ ਟਰਾਂਸਪੋਰਟ ਇਨ ਜਾਪਾਨ ਵਾਜ਼ 2 ਟਾਈਮਸ ਐਜ਼ ਕੰਪੇਅਰਡ ਟੂ ਮਲੇਸ਼ੀਆ। ਇਹ ਕੀ ਹੋ ਗਿਆ, 2 ਟਾਈਮ ਹੋ ਗਿਆ ਐਜ਼ ਕੰਪੇਅਰ ਟੂ ਮਲੇਸ਼ੀਆ। ਓਕੇ, ਨੈਕਸਟ ਇਜ਼ ਅਪਾਰਟ ਫਰੋਮ ਦਿਸ ਦੀ ਡਿਫਰੈਂਸ ਆਫ, ਲਾਸਟ ਲਾਈਨ ਦੇ ਵਿੱਚ ਕੀ ਆ, ਆਪਾਂ ਹੁਣ ਕਿਸ ਚੀਜ਼ ਨੂੰ ਐਕਸਪਲੇਨ ਕਰਨਾ, ਡਿਫਰੈਂਸ ਨੂੰ। ਦੇਖੋ ਆਪਾਂ ਰਿਜ਼ੈਂਬਲੈਂਸ ਵੀ ਬਣਾ ਲਈ, ਮਲਟੀਪਲ ਵੇਰੀਐਂਸ ਆ ਜਿਹੜਾ ਉਹ ਵੀ ਬਣਾ ਲਿਆ, ਹੁਣ ਆਪਾਂ ਲਾਸਟ ਕਾਹਦੇ 'ਤੇ ਆ ਗਏ, ਡਿਫਰੈਂਸ ਦੇ ਉੱਤੇ। ਹੁਣ ਆਪਾਂ ਡਿਫਰੈਂਸ ਨੂੰ ਐਕਸਪਲੇਨ ਕਰਨਾ। ਓਕੇ, ਅਪਾਰਟ ਫਰੋਮ ਦਿਸ ਅ ਡਿਫਰੈਂਸ ਆਫ 3% ਵਾਜ਼ ਸੀਨ ਇਨ ਦੀ ਪਰਸੈਂਟਮ ਆਫ ਫਾਈਨਾਂਸਿਸ ਡਿਵੋਟਡ ਇਨ ਔਨ ਫੂਡ ਐਂਡ ਹਾਊਸਿੰਗ ਇਨ ਜਾਪਾਨ। ਉਹ ਕਹਿੰਦੇ ਇਸ ਤੋਂ ਇਲਾਵਾ ਕਿ 3% ਦਾ ਡਿਫਰੈਂਸ ਦੇਖਿਆ ਗਿਆ ਹੈ ਕਿ ਜਿਹੜੇ ਪੈਸੇ ਉਹਨਾਂ ਨੇ ਖਰਚ ਕੀਤੇ ਆ ਫੂਡ ਦੇ ਉੱਤੇ ਐਂਡ ਹਾਊਸਿੰਗ ਦੇ ਉੱਤੇ ਜਾਪਾਨ ਦੇ ਵਿੱਚ। ਓਕੇ, ਆਪਾਂ ਦੇਖਦੇ ਹਾਂ ਪਾਈ ਚਾਰਟ ਦੇ ਵਿੱਚ ਜਾ ਕੇ ਉਹਨਾਂ ਨੇ ਕਿਹਾ ਕਿ ਜਾਪਾਨ ਦੇ ਵਿੱਚ ਜਿਹੜੇ 21% ਆ ਜਿਹੜਾ ਉਹ ਯੂਜ਼ ਕੀਤਾ ਗਿਆ ਹੈ ਹਾਊਸਿੰਗ ਦੇ ਉੱਤੇ, ਐਂਡ 24% ਆ ਜਿਹੜਾ ਉਹ ਯੂਜ਼ ਕੀਤਾ ਗਿਆ ਹੈ ਫੂਡ ਦੇ ਉੱਤੇ। ਦੋਨਾਂ ਦੇ ਵਿੱਚ ਕਿੰਨਾ ਡਿਫਰੈਂਸ ਆ, 21 ਅਤੇ 24 ਦਿਨਾਂ ਦੇ ਵਿੱਚ ਕਿੰਨਾ ਡਿਫਰੈਂਸ ਆ, 3% ਦਾ। 3% ਦਾ ਡਿਫਰੈਂਸ ਆ ਨਾ, ਅਤੇ ਇਹੀ ਆਪਾਂ ਡਿਫਰੈਂਸ ਦੱਸ ਰਹੇ ਹਾਂ ਲਾਸਟ ਦੇ ਵਿੱਚ। ਅ ਡਿਫਰੈਂਸ ਆਫ 3% ਵਾਜ਼ ਸੀਨ, ਕਿ 3% ਦਾ ਡਿਫਰੈਂਸ ਆ ਜਿਹੜਾ ਸੀਨ ਕੀਤਾ ਗਿਆ ਹੈ ਇਨ ਦੀ ਪਰਸੈਂਟੇਜ ਆਫ ਫਾਈਨਾਂਸਿਸ, ਜਿਹੜੇ ਕਿੱਥੇ ਡਿਵੋਟਡ ਕੀਤੇ ਗਏ ਆ, ਫੂਡ ਜਾਂ ਫੂਡ ਐਂਡ ਹਾਊਸਿੰਗ, ਕਿਹੜੀ ਕੰਟਰੀ ਦੇ ਵਿੱਚ, ਇਨ ਜਾਪਾਨ। ਠੀਕ ਆ, ਇਹਦੇ ਨਾਲ ਕੀ ਹੋ ਗਿਆ, ਆਪਣਾ BP2 ਆ ਜਿਹੜਾ ਉਹ ਵੀ ਆਪਣਾ ਕਲੀਅਰ ਹੋ ਗਿਆ। ਨਾਓ ਦੀ ਲਾਸਟ ਇਜ਼ ਓਵਰਆਲ। ਓਵਰਆਲ ਦੇ ਵਿੱਚ ਆਪਾਂ ਕੋਈ ਵੀ ਨੰਬਰਸ ਆ ਜਿਹੜੇ, ਕੋਈ ਵੀ ਨੰਬਰ ਯੂਜ਼ ਨਹੀਂ ਕਰਨੇ ਕਿ ਜਿੰਨਾ, ਜਾਂ ਫਿਰ ਜਿਹੜਾ ਆਪਾਂ ਚੀਜ਼ਾਂ ਉੱਪਰ ਐਕਸਪਲੇਨ ਕਰਤੀਆਂ ਉਹ ਨਹੀਂ ਯੂਜ਼ ਕਰਨੀਆਂ, ਸੇਮ ਹੀ ਨਹੀਂ ਰਿਪੀਟ ਕਰਨੀਆਂ, ਉਹਨੂੰ ਆਪਾਂ ਕੁਛ ਆਪਣੀ ਅਲੱਗ ਵਰਡਿੰਗ ਦੇ ਵਿੱਚ ਦੱਸਾਂਗੇ, ਅਤੇ ਇੰਝ ਕੋਈ ਵਰਡਸ ਤਾਂ ਨੰਬਰਸ ਤਾਂ ਸੋਰੀ ਆਪਾਂ ਯੂਜ਼ ਕਰਨੇ ਹੀ ਨਹੀਂਗੇ। ਓਕੇ, ਸੋ ਓਵਰਆਲ ਦੇ ਵਿੱਚ ਕੀ ਦੱਸ ਰਹੇ ਹਾਂ ਆਪਾਂ, ਦੀ ਰੈਜ਼ੀਡੈਂਟਸ ਆਫ ਗਿਵਨ ਨੇਸ਼ਨਸ ਸਪੈਂਡ ਲੈਸ ਔਨ ਦੀ ਹੈਲਥ ਕੇਅਰ ਐਜ਼ ਕੰਪੇਅਰਡ ਟੂ ਦੀ ਅਦਰ ਕੈਟਾਗਰੀਜ਼।
ਮੀਨਸ ਕਿ ਦੋਨਾਂ ਜਿਹੜੇ ਨੇਸ਼ਨਸ ਦੀਆਂ ਜਿਹੜੇ ਦੋਨੇ ਹੀ ਨੇਸ਼ਨ ਆ ਜਾਪਾਨ ਐਂਡ ਮਲੇਸ਼ੀਆ ਦੋਨਾਂ ਦੇ ਵਿੱਚ ਹੀ ਹੈਲਥ ਕੇਅਰ ਦੇ ਉੱਤੇ ਬਾਕੀ ਕੈਟਾਗਰੀਜ਼ ਦੇ ਨਾਲੋਂ ਬਹੁਤ ਹੀ ਜ਼ਿਆਦਾ ਘੱਟ ਖਰਚਾ ਜਿਹੜਾ ਕੀਤਾ ਗਿਆ ਹੈ। ਓਕੇ, ਹੈਵ ਅ ਲੁੱਕ ਔਨ ਦੀ ਪਾਈ ਚਾਰਟਸ ਕਿ ਇਹਦੇ ਵਿੱਚ ਵੀ ਹੈਲਥ ਕੇਅਰ ਦੇ ਉੱਤੇ ਕਿੰਨਾ ਯੂਜ਼ ਕੀਤਾ ਗਿਆ 3%, ਇਹਦੇ ਵਿੱਚ ਐਂਡ ਇਹਦੇ ਵਿੱਚ 6%। ਦੋਨਾਂ ਦੇ ਵਿੱਚ ਸਾਰਿਆਂ ਨਾਲੋਂ ਘੱਟ ਹੈ ਨਾ, ਬਾਕੀ ਸਾਰੀ ਕੈਟਾਗਰੀਜ਼ ਦੇ ਨਾਲੋਂ ਦੋਨਾਂ ਦੇ ਵਿੱਚ ਸਾਰਿਆਂ ਨਾਲੋਂ ਕੀ ਹੈ ਬਹੁਤ ਹੀ ਘੱਟ ਆ ਜਿਹੜਾ ਉਹ ਯੂਜ਼ ਕੀਤਾ ਗਿਆ ਹੈ। ਸੋ ਇਹ ਆਪਾਂ ਆਪਦੇ ਓਵਰਆਲ ਦੇ ਵਿੱਚ ਦੱਸਤਾ, ਠੀਕ ਆ। ਸੋ ਦਿਸ ਇਜ਼ ਦੀ ਟਾਸਕ 1। ਤੁਸੀਂ ਸਾਰੇ ਇਹ ਟਾਸਕ 1 ਆਏ ਹੋ, ਆਲ ਦੀ ਜਿੰਨੇ ਵੀ ਬਿਗਿਨਰਸ ਆ, ਆਲ ਦੀ ਬਿਗਿਨਰਸ ਦੇ ਕੈਨ ਈਜ਼ੀਲੀ, ਬਹੁਤ ਹੀ ਜ਼ਿਆਦਾ ਈਜ਼ੀਲੀ ਹੈ ਜਿਹੜਾ ਉਹ ਇਹ ਟਾਸਕ 1 ਕੰਪਲੀਟ ਕਰ ਸਕਦੇ ਆ ਆਪਦਾ। ਐਂਡ ਆਈ ਹੋਪ ਯੂ ਗੈਟ ਆਲ ਦੀ ਪੁਆਇੰਟਸ। ਅਗਰ ਕੋਈ ਵੀ ਪੁਆਇੰਟ ਦੀ ਨਹੀਂ ਸਮਝ ਲੱਗੀ ਤਾਂ ਤੁਸੀਂ ਮੈਨੂੰ ਕੀ ਕਰ ਸਕਦੇ ਆ, ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ। ਓਕੇ।